ਸਤਿ ਸ਼੍ਰੀ ਅਕਾਲ ਦੋਸਤੋ, ਕੈਨੇਡੀਅਨ ਇਮੀਗ੍ਰੇਸ਼ਨ ਐਂਡ ਆਇਲ ਸੈਂਟਰ ਪਟਿਆਲਾ ਤੋਂ ਮੈਂ ਵਿਕਰਮ। ਅੱਜ ਦੇ ਇਸ ਲੈਕਚਰ 'ਚ ਅਸੀਂ ਟਾਸਕ 1 ਦੇ ਕੁਝ ਇਦਾਂ ਦੀਆਂ ਮਿਸਟੇਕਸ ਡਿਸਕਸ ਕਰਾਂਗੇ ਜਿਹੜੀਆਂ ਕਿ ਸਟੂਡੈਂਟਸ ਤੋਂ ਆਮ ਤੌਰ ਤੇ ਹੋ ਜਾਂਦੀਆਂ ਨੇ। ਇਹਨਾਂ 'ਚੋਂ ਕੁਝ ਮਿਸਟੇਕਸ ਨੇ ਤੁਹਾਡੀ ਵੋਕੈਬਲਰੀ ਦੇ ਰਿਲੇਟਡ ਔਰ ਕੁਝ ਮਿਸਟੇਕਸ ਨੇ ਜਿਹੜੀਆਂ ਇਸ ਤਰੀਕੇ ਦੀਆਂ ਨੇ, ਜਦੋਂ ਤੁਸੀਂ ਨਵਾਂ ਵਰਡ ਲਰਨ ਕਰਦੇ ਹੋ ਤਾਂ ਉਹਦਾ ਪ੍ਰੋਪਰ ਜਿਹੜਾ ਕਨਸੈਪਟ ਹੈ ਉਹਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ। ਐਗਜ਼ਾਮਪਲਸ ਲਈਆਂ ਹੋਈਆਂ ਨੇ ਆਲਰੇਡੀ ਟਾਸਕ 1 ਦੇ ਅੰਦਰ। ਐਕੈਡਮਿਕ ਟਾਸਕ 1 ਦੇ ਅੰਦਰ ਤੁਹਾਨੂੰ ਆਮ ਤੌਰ ਤੇ ਕੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਚਾਰਟਸ ਦੇਖਣ ਨੂੰ ਮਿਲਦੇ ਨੇ। ਓਕੇ, ਕਈ ਵਾਰੀ ਕੋਈ ਮੈਪ ਹੋ ਸਕਦਾ ਹੈ, ਕੋਈ ਫਲੋ ਚਾਰਟ ਹੋ ਸਕਦਾ ਹੈ, ਕੋਈ ਪ੍ਰੋਸੈਸ ਚਾਰਟ ਹੋ ਸਕਦਾ ਹੈ, ਪਾਈ ਚਾਰਟ ਹੋ ਸਕਦਾ ਹੈ, ਗ੍ਰਾਫਸ ਹੋ ਸਕਦੇ ਨੇ, ਇੱਦਾਂ ਦੇ ਲਾਈਨ ਡਾਇਗਰਾਮ ਹੋ ਸਕਦੇ ਨੇ। ਸੋ ਇਹਨਾਂ ਸਾਰਿਆਂ ਦੀ ਜਿਹੜੀ ਟਰਮੀਨੋਲੋਜੀਜ਼ ਨੇ ਉਹ ਬੜੀਆਂ ਟਿਪੀਕਲ ਜਿਹੀਆਂ ਨੇ। ਕਈ ਵਾਰੀ ਅਸੀਂ ਉਹਨਾਂ ਨੂੰ ਸਮਝਣ 'ਚ ਗਲਤੀ ਕਰ ਦਿੰਦੇ ਹਾਂ, ਤਾਂ ਕਰਕੇ ਜਦੋਂ ਅਸੀਂ ਉਸ ਵਰਡ ਨੂੰ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਪੂਰਾ ਸੈਂਟੈਂਸ ਹੈ ਜਿਹੜਾ ਖਰਾਬ ਹੋ ਜਾਂਦਾ। ਉੱਪਰ ਤੁਸੀਂ ਦੇਖ ਰਹੇ ਹੋ ਕਿ ਇੱਕ ਗ੍ਰਾਫ ਸ਼ੋ ਕਰ ਰਿਹਾ ਟਾਈਮ ਪੀਰੀਅਡ 2003 ਤੋਂ ਲੈ ਕੇ 2014 ਤੱਕ। ਮਤਲਬ ਜਿਹੜਾ ਇੱਕ ਟਾਈਮ ਪੀਰੀਅਡ ਕਿੰਨਾ ਹੋ ਗਿਆ, ਇਹ ਟਾਈਮ ਪੀਰੀਅਡ ਬਹੁਤ ਸਾਰੇ ਬੱਚੇ ਇਹਨੂੰ 14 ਸਾਲ ਕਹਿ ਦੇਣਗੇ, ਬਟ ਇਹ 15 ਸਾਲ ਬਣਦਾ ਕਿਉਂਕਿ 2000 ਤੋਂ ਲੈ ਕੇ 2001 ਹੈ ਜਿਹੜਾ ਉਹ ਵੀ 1 ਸਾਲ ਬਣ ਗਿਆ। ਤਾਂ ਟੋਟਲ ਜਿਹੜਾ ਟਾਈਮ ਪੀਰੀਅਡ ਬਣ ਰਿਹਾ ਇਹ 15 ਸਾਲ ਦਾ ਬਣ ਰਿਹਾ। ਟਾਈਮ ਦੇ ਨਾਲ ਕਿਸੇ ਪ੍ਰੋਡਕਟ ਦੀ ਸੇਲ ਫਿਗਰ ਦਿਖਾਈ ਹੋਈ ਹੈ ਕਿ ਕਿੰਨਾ ਹਰੇਕ ਸਾਲ ਉਹਦੀ ਸੇਲ ਵਧੀ ਜਾਂ ਘਟੀ। ਇਹ ਤਿੰਨ ਅਲੱਗ-ਅਲੱਗ ਤਰ੍ਹਾਂ ਦੇ ਗ੍ਰਾਫ ਨੇ ਇਹਦੇ 'ਚ। ਗ੍ਰਾਫ ਨੰਬਰ 1, ਇਹ ਗ੍ਰਾਫ ਨੰਬਰ 2 ਔਰ ਗ੍ਰਾਫ ਨੰਬਰ 3। ਜਿਹੜਾ ਫਸਟ ਗ੍ਰਾਫ ਹੈ ਉਹ ਫਸਟ ਗ੍ਰਾਫ ਬੜਾ ਪ੍ਰੈਡਿਕਟੇਬਲ ਹੈ। ਮਤਲਬ ਪਹਿਲੇ ਕੁਝ ਸਾਲਾਂ 'ਚ ਜਿਹੜੀ ਸੇਲ ਹੈ ਮਿਨੀਮਮ ਤੋਂ ਲੈ ਕੇ ਮੈਕਸਿਮਮ ਤੱਕ ਗਈ, ਇਸ ਜਗ੍ਹਾ 'ਤੇ ਤੁਸੀਂ ਦੇਖ ਸਕਦੇ ਹੋ। ਫਿਰ ਦੁਬਾਰਾ ਡ੍ਰੌਪ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਪੈਟਰਨ ਹੈ ਸੇਮ ਤਰ੍ਹਾਂ ਦਾ ਰਿਹਾ। ਠੀਕ ਹੈ, ਮਤਲਬ ਇਹਦੇ 'ਚ ਅਸੀਂ ਪ੍ਰਿਡਿਕਟ ਕਰ ਸਕਦੇ ਹਾਂ ਕਿ ਸੇਲ ਹੈ ਜਿਹੜੀ ਆਉਣ ਵਾਲੇ ਸਾਲ 'ਚ ਵਧੇਗੀ ਜਾਂ ਘਟੇਗੀ, ਗ੍ਰਾਫ ਨੂੰ ਦੇਖ ਕੇ ਜਾਂ ਗ੍ਰਾਫ ਦੇ ਇੱਕ ਹਿੱਸੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ। ਦੂਸਰੇ ਪਾਸੇ ਤੁਸੀਂ ਜਿਹੜਾ ਗ੍ਰਾਫ ਦੇਖ ਰਹੇ ਹੋ, ਇਹ ਵਾਲਾ ਗ੍ਰਾਫ, ਇਹਦੇ 'ਚ ਵੀ ਤੁਸੀਂ ਦੇਖ ਰਹੇ ਹੋ ਉਤਾਰ ਚੜਾਅ ਆ ਰਹੇ ਨੇ ਅਲੱਗ-ਅਲੱਗ। ਬਟ ਜੇ ਓਵਰਆਲ ਤੁਸੀਂ ਕੰਪੇਅਰ ਕਰੋ ਪੁਆਇੰਟ 1 ਨੂੰ ਪੁਆਇੰਟ 2 ਦੇ ਨਾਲ, ਤਾਂ ਤੁਸੀਂ ਦੇਖੋ ਕਿ ਓਵਰਆਲ ਜਿਹੜੀ ਪ੍ਰੋਡਕਟ ਦੀ ਸੇਲ ਹੈ ਉਹ ਇਨਕਰੀਜ਼ ਹੋਈ ਹੈ। ਤਾਂ ਇੱਥੋਂ ਵੀ ਇੱਕ ਦੇਖਦਿਆਂ ਸਾਰੀ ਅੰਦਾਜ਼ਾ ਪਤਾ ਲੱਗ ਜਾਂਦਾ ਕਿ ਜਿਹੜਾ ਓਵਰਆਲ ਪ੍ਰੋਡਕਟ ਦੀ ਗਰੋਥ ਹੈ ਦੈਟ ਇਜ਼ ਪੋਜ਼ਿਟਿਵ। ਥਰਡ ਗ੍ਰਾਫ ਦੇਖੋ ਤੁਸੀਂ। ਥਰਡ ਗ੍ਰਾਫ 'ਚ ਦੇਖੋ ਬੜੀ ਅਨਯੂਜ਼ੂਅਲ ਚੀਜ਼ਾਂ ਹੋ ਰਹੀਆਂ ਨੇ, ਬੜੀਆਂ ਅਜੀਬ ਲੱਗ ਰਿਹਾ। ਇਹਦੇ 'ਚ ਪਹਿਲਾਂ ਜਿਹੜੀ ਸੇਲ ਹੈ ਵੱਧਦੀ ਹੈ, ਫਿਰ ਘਟਦੀ ਹੈ, ਫਿਰ ਵੱਧਦੀ ਹੈ, ਫਿਰ ਘਟਦੀ ਜਾਂਦੀ ਹੈ, ਫਿਰ ਅਜੀਬ ਜਿਹੇ ਤਰੀਕੇ ਨਾਲ ਵੱਧਦੀ ਹੈ। ਮਤਲਬ ਇਹ ਕਿਸੇ ਤਰੀਕੇ ਨਾਲ ਸਮਝ ਨਹੀਂ ਆ ਰਿਹਾ। ਮਤਲਬ ਇਹਨੂੰ ਕੁਝ ਜੇ ਆਪਾਂ ਇੰਨਾ ਕੁ ਗ੍ਰਾਫ ਸਟੱਡੀ ਕਰ ਲਈਏ ਔਰ ਬਾਕੀ ਦਾ ਗ੍ਰਾਫ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇੱਦਾਂ ਦੇ ਜਿਹੜੇ ਗ੍ਰਾਫ ਲਈ ਅਸੀਂ ਜਿਹੜਾ ਵਰਡ ਯੂਜ਼ ਕਰਦੇ ਹਾਂ ਫਲਕਚੁਏਟ ਜਾਂ ਫਲਕਚੁਏਸ਼ਨ ਵਰਡ ਯੂਜ਼ ਕਰਦੇ ਹਾਂ, ਕਿਉਂਕਿ ਇਹਨੂੰ ਕਹਿੰਦੇ ਨੇ ਐਕਚੁਅਲੀ ਫਲਕਚੁਏਸ਼ਨ ਹੋ ਰਹੀ ਹੈ, ਮਤਲਬ ਬਹੁਤ ਜ਼ਿਆਦਾ ਉਤਾਰ ਚੜਾਅ ਆ ਰਹੇ ਨੇ ਜਿਨ੍ਹਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੋ ਅਗਰ ਤੁਸੀਂ ਉੱਪਰਲੇ ਦੋਨੋਂ ਕਿਸੇ ਗ੍ਰਾਫ ਦੇ ਲਈ ਫਲਕਚੁਏਟ ਵਰਡ ਯੂਜ਼ ਕਰਦੇ ਹੋ ਤਾਂ ਉਹਦਾ ਮਤਲਬ ਹੈ ਤੁਸੀਂ ਫਲਕਚੁਏਟ ਵਰਡ ਦੀ ਜਿਹੜੀ ਕਨਸੈਪਟ ਹੈ, ਉਹਦਾ ਜਿਹੜਾ ਮੀਨਿੰਗ ਹੈ ਉਹਨੂੰ ਨਹੀਂ ਸਮਝ ਰਹੇ। ਠੀਕ ਹੈ, ਅਗਰ ਤੁਸੀਂ ਪਾਰਟ 1 ਦੇ ਲਈ ਔਰ ਇਸ ਲਾਈਨ ਗ੍ਰਾਫ 2 ਦੇ ਲਈ ਤੁਸੀਂ ਫਲਕਚੁਏਟ ਵਰਡ ਜਾਂ ਫਲਕਚੁਏਸ਼ਨ ਵਰਡ ਯੂਜ਼ ਕਰੋਗੇ, ਤੁਹਾਡਾ ਗਲਤ ਹੋ ਜਾਊ। ਐਗਜ਼ਾਮੀਨਰ ਤੁਹਾਨੂੰ ਇੱਕ ਨੈਗੇਟਿਵ ਉਹਦੇ 'ਚ ਡਿਡਕਸ਼ਨ ਹੋਊਗੀ ਤੁਹਾਡੇ ਅੰਦਰ, ਕਿਉਂਕਿ ਤੁਸੀਂ ਵਰਡ ਨੂੰ ਪ੍ਰੋਪਰ ਸਹੀ ਜਗ੍ਹਾ 'ਤੇ ਯੂਜ਼ ਨਹੀਂ ਕੀਤਾ। ਕਿਉਂਕਿ ਇਹ ਦੋਨੋਂ ਗ੍ਰਾਫ ਕੀ ਨੇ, ਫਲਕਚੁਏਸ਼ਨ ਸ਼ੋ ਹੀ ਨਹੀਂ ਕਰ ਰਹੇ। ਫਲਕਚੁਏਸ਼ਨ ਸ਼ੋ ਕੌਣ ਕਰ ਰਿਹਾ? ਤੀਜਾ ਗ੍ਰਾਫ। ਅਗਰ ਇਸ ਤਰੀਕੇ ਦਾ ਗ੍ਰਾਫ ਤੁਹਾਨੂੰ ਮਿਲਦਾ ਤਾਂ ਤੁਸੀਂ ਫਲਕਚੁਏਸ਼ਨ ਵਰਡ ਹੈ ਜਿਹੜਾ ਯੂਜ਼ ਕਰ ਸਕਦੇ ਹੋ। ਓਕੇ, ਹੁਣ ਦੇਖੋ ਵਰਡ ਵੀ ਇਹ ਦੋ ਤਰ੍ਹਾਂ ਦੇ ਨੇ, ਇੱਕ ਹੈ ਫਲਕਚੁਏਟ ਵਰਡ, ਇੱਕ ਹੈ ਫਲਕਚੁਏਸ਼ਨ ਵਰਡ। ਓਕੇ, ਸਿਰਫ ਵਰਡ ਯਾਦ ਕਰ ਲੈਣਾ ਇਹ ਸਹੀ ਨਹੀਂ ਹੈ, ਨਾਲ ਨਾਲ ਉਹਦੀ ਟਾਈਪ ਤੁਹਾਨੂੰ ਸਮਝਣੀ ਜ਼ਰੂਰੀ ਹੈ। ਮਤਲਬ ਫਲਕਚੁਏਟ ਕੀ ਹੈ? ਫਲਕਚੁਏਟ ਹੈ ਵਰਬ, ਯਾਨੀ ਫਲਕਚੁਏਟ ਕੀ ਦਿਖਾਉਂਦਾ ਹੈ? ਕਿਰਿਆ ਨੂੰ ਦੱਸਦਾ ਹੈ। ਫਲਕਚੁਏਸ਼ਨ ਕੀ ਹੈ? ਫਲਕਚੁਏਸ਼ਨ ਸਾਨੂੰ ਦੱਸਦਾ ਹੈ ਨਾਊਨ ਨੂੰ, ਮਤਲਬ ਫਲਕਚੁਏਸ਼ਨ ਉਤਾਰ ਚੜਾਅ ਨੂੰ ਦੱਸਦਾ ਹੈ, ਤੇ ਫਲਕਚੁਏਟ ਕੀ ਹੈ? ਉਤਾਰ ਚੜਾਅ ਹੋਣ ਦੀ ਕਿਰਿਆ ਨੂੰ ਦੱਸਦਾ ਹੈ। ਓਕੇ, ਤਾਂ ਇਹ ਦੋਨੋਂ ਵਰਡਸ ਮੈਂ ਅਲੱਗ-ਅਲੱਗ ਐਗਜ਼ਾਮਪਲ 'ਚ ਯੂਜ਼ ਕੀਤੇ ਹੋਏ ਨੇ। ਮਤਲਬ ਤੁਸੀਂ ਫਲਕਚੁਏਸ਼ਨ ਦੀ ਜਗ੍ਹਾ ਤੇ ਫਲਕਚੁਏਟ ਨਹੀਂ ਲਿਖ ਸਕਦੇ, ਫਲਕਚੁਏਟ ਦੀ ਜਗ੍ਹਾ ਤੇ ਫਲਕਚੁਏਸ਼ਨ ਨਹੀਂ ਲਿਖ ਸਕਦੇ। ਕਿਉਂ ਨਹੀਂ ਲਿਖ ਸਕਦੇ? ਕਿਉਂਕਿ ਇਹਨੂੰ ਦੋਨਾਂ ਨੂੰ ਯੂਜ਼ ਕਰਨ ਲਈ ਜਿਹੜਾ ਸੈਂਟੈਂਸ ਦਾ ਸਟਰਕਚਰ ਹੈ ਉਹ ਚੇਂਜ ਹੋ ਜਾਂਦਾ ਹੈ। ਇਸ ਕਰਕੇ ਜਦੋਂ ਤੁਸੀਂ ਇਹਨਾਂ ਨੂੰ ਇੱਕ ਦੂਜੇ ਦੀ ਜਗ੍ਹਾ ਤੇ ਬਦਲ ਕੇ ਲਿਖਦੇ ਹੋ ਤਾਂ ਤੁਹਾਡੇ ਸੈਂਟੈਂਸ ਨੇ ਜਿਹੜੇ ਉਹ ਕਈ ਵਾਰੀ ਗਲਤ ਹੋ ਜਾਂਦੇ ਨੇ। ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਦੇਖੋ, ਫਲਕਚੁਏਟ ਨੂੰ ਪਹਿਲਾਂ ਅਸੀਂ ਐਜ਼ ਅ ਵਰਬ ਯੂਜ਼ ਕਰਦੇ ਹਾਂ, ਐਜ਼ ਕਿਰਿਆ ਯੂਜ਼ ਕਰਦੇ ਹਾਂ। ਲਿਖਿਆ ਹੋਇਆ ਓਵਰਆਲ। ਓਵਰਆਲ ਦਾ ਮਤਲਬ ਕੀ ਹੈ? ਕਿਉਂਕਿ ਇਹ ਜਿਹੜੀ ਟਰਮ ਹੈ ਤੁਸੀਂ ਆਮ ਤੌਰ ਤੇ ਜਦੋਂ ਓਵਰਵਿਊ ਲਿਖਦੇ ਹੋ ਰਾਈਟਿੰਗ ਟਾਸਕ 1 ਦੇ ਅੰਦਰ, ਤਾਂ ਉਸ ਜਗ੍ਹਾ ਤੇ ਇਹ ਟਰਮ ਅਸੀਂ ਯੂਜ਼ ਕਰਦੇ ਹਾਂ। ਤਾਂ ਓਵਰਆਲ ਦਾ ਮਤਲਬ ਹੈ ਮੋਟੇ ਤੌਰ ਤੇ, ਮਤਲਬ ਜਦੋਂ ਅਸੀਂ ਇੱਕ ਵਾਰੀ ਨਿਗਾਹ ਮਾਰੀਏ ਤਾਂ ਸਾਨੂੰ ਪਹਿਲੀ ਝਲਕ ਜਿਹੜੇ ਮੋਟੇ ਆਈਡੀਆਜ਼ ਮਿਲਦੇ ਨੇ ਉਹਨੂੰ ਅਸੀਂ ਇੱਕ ਵਰਡ ਨਾਲ ਰਿਪਰੈਜ਼ੈਂਟ ਕਰਦੇ ਹਾਂ, ਓਵਰਆਲ ਕਹਿ ਸਕਦੇ ਹਾਂ। ਓਕੇ, ਓਵਰਆਲ ਗ੍ਰਾਫ ਸ਼ੋਜ਼ ਫਲਕਚੁਏਸ਼ਨ। ਹੁਣ ਦੇਖੋ, ਗ੍ਰਾਫ ਸ਼ੋਜ਼ ਫਲਕਚੁਏਸ਼ਨ, ਇੱਥੇ ਦੇਖੋ ਇਹਨੂੰ ਨਾਊਨ ਦੇ ਤੌਰ ਤੇ ਅਸੀਂ ਯੂਜ਼ ਕੀਤਾ ਹੋਇਆ। ਗ੍ਰਾਫ ਸ਼ੋਜ਼ ਫਲਕਚੁਏਸ਼ਨ, ਇੱਥੇ ਜਿਹੜੀ ਇਹਨੂੰ ਯੂਜ਼ ਕੀਤਾ ਹੋਇਆ ਐਜ਼ ਨਾਊਨ ਯੂਜ਼ ਕੀਤਾ ਹੋਇਆ। ਠੀਕ ਹੈ, ਗ੍ਰਾਫ ਸ਼ੋਜ਼ ਫਲਕਚੁਏਸ਼ਨ ਜਾਂ ਗ੍ਰਾਫ ਸ਼ੋਜ਼ ਡਾਟਾ। ਹੁਣ ਡਾਟਾ ਵੀ ਕੋਈ ਚੀਜ਼ ਹੈ। ਓਕੇ, ਗ੍ਰਾਫ ਸ਼ੋਜ਼ ਫਿਗਰ, ਫਿਗਰ ਮਤਲਬ ਅੰਕੜਾ, ਅੰਕੜਾ ਵੀ ਕੋਈ ਚੀਜ਼ ਹੈ। ਤਾਂ ਮਤਲਬ ਜੇ ਡਾਟਾ ਵੀ ਕੋਈ ਨਾउन है
ਫਿਗਰ ਵੀ ਕੋਈ ਨਾउਨ ਹੈ ਤਾਂ ਨਾउन ਦੀ ਜਗ੍ਹਾ ਤੇ ਤੁਸੀਂ ਨਾउन ਨਹੀਂ ਲਿਖ ਸਕਦੇ ਹੋ, ਵਰਬ ਨਹੀਂ ਲਿਖ ਸਕਦੇ। ਇਸ ਕਰਕੇ ਇੱਥੇ ਜਦੋਂ ਤੁਸੀਂ ਫਲਕਚੁਏਟ ਜਾਂ ਫਲਕਚੁਏਸ਼ਨ 'ਚ ਜਿਹੜਾ ਵਰਡ ਯੂਜ਼ ਕਰਨਾ ਉਹ ਨਾउन ਹੋਣਾ ਚਾਹੀਦਾ। ਗ੍ਰਾਫ ਸ਼ੋਜ਼ ਫਲਕਚੁਏਸ਼ਨ, ਓਕੇ। ਤਾਂ ਮਤਲਬ ਜਦੋਂ ਵੀ ਨਵਾਂ ਵਰਡ ਸਿੱਖੋ ਇਹ ਜ਼ਰੂਰ ਪਤਾ ਕਰ ਲਓ ਕਿ ਉਹ ਜਿਹੜਾ ਵਰਡ ਹੈ ਉਹ ਵਰਬ ਹੈ ਜਾਂ ਨਾउन ਹੈ, ਓਕੇ। ਤਾਂ ਓਵਰਆਲ ਗ੍ਰਾਫ ਸ਼ੋਜ਼ ਫਲਕਚੁਏਸ਼ਨ ਓਵਰ ਦ ਸਪੈਨ ਆਫ 15 ਈਅਰਸ। ਤਾਂ ਜਦੋਂ ਤੁਸੀਂ ਇਸ ਗ੍ਰਾਫ ਨੂੰ ਦੇਖੋਗੇ, ਜਿਹੜੀ ਅਸੀਂ ਥੋੜੇ ਜਿਹੇ ਸੈਕਿੰਡਸ 'ਚ ਸਾਨੂੰ ਚੀਜ਼ ਸਮਝ ਲੱਗ ਜਾਂਦੀ ਹੈ ਕਿ ਸਾਡੇ ਵਰਟੀਕਲ ਐਕਸਿਸ ਤੇ ਕਿਸੇ ਚੀਜ਼ ਦੀ ਸੇਲ ਦਿੱਤੀ ਹੋਈ ਹੈ, ਇੱਧਰ ਸਾਨੂੰ ਟਾਈਮ ਦਿੱਤਾ ਹੋਇਆ ਔਰ ਇਸ ਤਰੀਕੇ ਦਾ ਡੇਟਾ। ਥਰਡ ਗ੍ਰਾਫ ਦੀ ਮੈਂ ਗੱਲ ਕਰ ਰਿਹਾ, ਥਰਡ ਲਾਈਨ ਦੀ ਗੱਲ ਕਰ ਰਿਹਾ, ਕਿਉਂਕਿ ਉੱਪਰਲੇ ਦੋ ਤਾਂ ਫਲਕਚੁਏਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਠੀਕ ਹੈ ਜੀ। ਤਾਂ ਇੱਥੇ ਸਾਨੂੰ ਦੇਖੋ ਮੋਟੇ ਤੌਰ ਤੇ ਪਤਾ ਚੱਲਦਾ ਓਵਰਆਲ ਗ੍ਰਾਫ ਸ਼ੋਜ਼ ਫਲਕਚੁਏਸ਼ਨ, ਕਿ ਓਵਰਆਲ ਜਿਹੜਾ ਗ੍ਰਾਫ ਹੈ ਉਹ ਫਲਕਚੁਏਸ਼ਨ ਸ਼ੋ ਕਰਦਾ ਹੈ ਓਵਰ ਦ ਸਪੈਨ ਆਫ 15 ਈਅਰਸ। ਓਵਰ ਦਾ ਸਪੈਨ, ਇੱਥੇ ਜਿਹੜੀ ਚੀਜ਼ ਤੋਂ ਅਸੀਂ ਧਿਆਨ ਰੱਖਣ ਵਾਲੀ ਹੈ, ਇੱਥੇ ਅਸੀਂ ਓਵਰ ਦਾ ਸਪੈਨ ਵਰਡ ਯੂਜ਼ ਕੀਤਾ, ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ, ਕਿਸੇ ਟਾਈਮ ਪੀਰੀਅਡ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ। ਇਹਨੂੰ ਅਸੀਂ ਜਦੋਂ ਇਸ ਚੀਜ਼ ਨੂੰ ਕਹਾਂਗੇ ਅਸੀਂ ਸਪੈਨ, ਠੀਕ ਹੈ। ਤਾਂ ਜਦੋਂ ਅਸੀਂ ਸਪੈਨ ਦੀ ਇਨ ਟੋਟਲ ਗੱਲ ਕਰ ਰਹੇ ਹਾਂ ਤਾਂ ਉਹਦੇ ਨਾਲ ਜਿਹੜਾ ਪ੍ਰੈਪੋਜੀਸ਼ਨ ਲੱਗਦੀ ਹੈ ਉਹ ਪ੍ਰੈਪੋਜੀਸ਼ਨ ਲੱਗਦੀ ਹੈ ਓਵਰ। ਤੇ ਬੜੀ ਧਿਆਨ ਰੱਖਣ ਵਾਲੀ ਗੱਲ ਹੈ, ਕਿਉਂਕਿ ਇਹਦੇ ਨਾਲ ਇੱਕ ਹੋਰ ਪ੍ਰੈਪੋਜੀਸ਼ਨ ਲੱਗਦੀ ਹੈ ਜਿਹੜੀ ਮੈਂ ਆਉਣ ਵਾਲੇ ਥੋੜੇ ਜਿਹੇ ਟਾਈਮ 'ਚ ਡਿਸਕਸ ਕਰ ਰਿਹਾ। ਕਈ ਵਾਰੀ ਬੱਚੇ ਉਹਦੇ ਨਾਲ ਵੀ ਕਨਫਿਊਜ਼ ਹੋ ਜਾਂਦੇ ਨੇ। ਓਵਰ ਦਾ ਸਪੈਨ ਕਦੋਂ ਕਹਿਣਾ ਹੈ? ਜਦੋਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਨ ਟੋਟਲ ਇਨ ਜਨਰਲ ਗੱਲ ਕਰ ਰਹੇ ਹੋ, ਕਿਸੇ ਖਾਸ ਪੁਆਇੰਟ ਦੀ ਗੱਲ ਨਹੀਂ ਕਰ ਰਹੇ, ਤਾਂ ਉਸ ਜਗ੍ਹਾ ਤੇ ਅਸੀਂ ਕਹਿੰਦੇ ਹਾਂ ਓਵਰ ਦਾ ਸਪੈਨ ਆਫ 15 ਈਅਰਸ। 15 ਸਾਲਾਂ ਦੇ ਸਮੇਂ ਦੌਰਾਨ ਗ੍ਰਾਫ ਹੈ ਜਿਹੜਾ ਫਲਕਚੁਏਸ਼ਨ ਸ਼ੋ ਕਰਦਾ ਹੈ ਇਨ ਟੋਟਲ ਓਵਰਆਲ, ਠੀਕ ਹੈ ਜੀ। ਤਾਂ ਇੱਥੇ ਤੁਸੀਂ ਦੇਖੋ ਮੈਂ ਜਿਹੜਾ ਯੂਜ਼ ਕੀਤਾ ਉਹ ਮੈਂ ਯੂਜ਼ ਕੀਤਾ ਨਾउन ਯੂਜ਼ ਕੀਤਾ, ਉੱਪਰ ਯੂਜ਼ ਕੀਤਾ ਹੈ। ਹੁਣ ਦੇਖੋ ਫਲਕਚੁਏਟ ਜਿਹੜਾ ਵਰਡ ਹੈ ਇਹ ਕੀ ਹੈ? ਵਰਬ ਹੈ। ਤਾਂ ਹੁਣ ਜਦੋਂ ਸੇਮ ਗੱਲ ਅਸੀਂ ਕਹਿਣੀ ਹੈ ਵਰਬ ਯੂਜ਼ ਕਰਕੇ ਤਾਂ ਸਾਡਾ ਸੈਂਟੈਂਸ ਦਾ ਸਟਰਕਚਰ ਪੂਰਾ ਚੇਂਜ ਹੋ ਜਾਂਦਾ। ਦੇਖਦੇ ਹਾਂ ਓਵਰਆਲ ਮੋਟੇ ਤੌਰ ਤੇ, ਮਤਲਬ ਗ੍ਰਾਫ ਸ਼ੋਜ਼ ਦੈਟ, ਗ੍ਰਾਫ ਇਹ ਸ਼ੋ ਕਰਦਾ ਹੈ ਕਿ ਸੇਲਸ ਡੇਟਾ ਆਲਵੇਸ ਰਿਮੇਨਡ ਫਲਕਚੁਏਟਿੰਗ। ਇਸ ਜਗ੍ਹਾ ਤੇ ਤੁਸੀਂ ਦੇਖੋ ਮੈਂ ਕੀ ਹੈ ਵਰਬ ਨਾਲ ING ਯੂਜ਼ ਕੀਤਾ ਹੈ, ਓਕੇ। ਓਵਰਆਲ ਗ੍ਰਾਫ ਸ਼ੋਜ਼ ਦੈਟ ਸੇਲਸ ਡਾਟਾ ਆਲਵੇਸ ਰਿਮੇਨਡ ਫਲਕਚੁਏਟਿੰਗ। ਮੋਟੇ ਤੌਰ ਤੇ ਗ੍ਰਾਫ ਇਹ ਸ਼ੋ ਕਰਦਾ ਹੈ ਕਿ ਸੇਲ ਦਾ ਡਾਟਾ ਆਲਵੇਸ ਰਿਮੇਨਡ, ਹਮੇਸ਼ਾ ਹੁੰਦਾ ਰਿਹਾ ਫਲਕਚੁਏਟਿੰਗ, ਉੱਪਰ ਨੀਚੇ ਹੁੰਦਾ ਰਿਹਾ। ਓਵਰਆਲ ਗ੍ਰਾਫ ਇਹ ਸ਼ੋ ਕਰਦਾ ਹੈ ਕਿ ਸੇਲਸ ਡਾਟਾ ਆਲਵੇਸ ਰਿਮੇਨਡ ਫਲਕਚੁਏਟਿੰਗ। ਹੁਣ ਇਹੀ ਸੇਮ ਚੀਜ਼ ਅਸੀਂ ਉੱਪਰ ਕਹਿ ਕੇ ਆਏ ਹਾਂ, ਇਹੀ ਸੇਮ ਚੀਜ਼ ਨੀਚੇ ਕਹਿ ਕੇ ਆਏ, ਪਰ ਤੁਸੀਂ ਸੈਂਟੈਂਸ ਦਾ ਦੇਖੋ ਆਪਸ ਵਿੱਚ ਕੰਪੈਰੀਜ਼ਨ ਕਰਕੇ ਕਿੰਨਾ ਜ਼ਿਆਦਾ ਫਰਕ ਹੈ। ਸੋ ਇਦਾਂ ਦੀ ਮਿਸਟੇਕ ਅਗਰ ਇਸ ਜਗ੍ਹਾ ਤੇ ਮੈਂ ਫਲਕਚੁਏਸ਼ਨ ਯੂਜ਼ ਕਰ ਲੈਂਦਾ ਤਾਂ ਮੇਰਾ ਸਾਰਾ ਸੈਂਟੈਂਸ ਗਲਤ ਹੋਏਗਾ। ਉਸ ਜਗ੍ਹਾ ਤੇ ਅਗਰ ਮੈਂ ਫਲਕਚੁਏਟਿੰਗ ਯੂਜ਼ ਕਰ ਲੈਂਦਾ ਤਾਂ ਵੀ ਮੇਰਾ ਸਾਰਾ ਸੈਂਟੈਂਸ ਗਲਤ ਹੋਏਗਾ। ਸੋ ਤੁਸੀਂ ਇਹਨਾਂ ਨੂੰ ਇੰਟਰਚੇਂਜਬਲੀ ਨਹੀਂ ਯੂਜ਼ ਕਰ ਸਕਦੇ, ਓਕੇ। ਅਗੇਨ ਦੇਖੋ ਸੇਮ ਫਿਰ ਕਹਿ ਰਿਹਾ ਓਵਰ ਦਾ ਐਂਟਾਇਰ ਪੀਰੀਅਡ। ਇੱਥੇ ਫਿਰ ਦੇਖੋ ਓਵਰ ਦਾ ਸਪੈਨ ਕਹਿਣ ਦੀ ਬਜਾਏ ਇੱਥੇ ਮੈਂ ਪੈਰਾਫਰੇਜ਼ ਵੀ ਕਰ ਸਕਦਾ, ਮਤਲਬ ਤੁਸੀਂ ਓਵਰ ਦਾ ਸਪੈਨ ਨੂੰ ਇਹ ਵੀ ਕਹਿ ਸਕਦੇ ਹੋ ਓਵਰ ਦਾ ਐਂਟਾਇਰ ਪੀਰੀਅਡ ਆਫ ਆਬਜ਼ਰਵੇਸ਼ਨ, ਜਿੰਨੀ ਦੇਰ ਤੱਕ ਉਹਨੇ ਆਬਜ਼ਰਵ ਕੀਤਾ, ਓਕੇ। ਆਬਜ਼ਰਵ ਕਰਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਸਟੱਡੀ ਕਰਨਾ, ਫੋਕਸ 'ਚ ਰੱਖ ਕੇ ਉਹਦੀਆਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਸੋ ਓਵਰ ਦਾ ਸਪੈਨ ਆਫ 15 ਈਅਰ ਲਿਖਣ ਦੀ ਬਜਾਏ ਮੈਂ ਲਿਖਤਾ ਓਵਰ ਦਾ ਐਂਟਾਇਰ ਪੀਰੀਅਡ ਆਫ ਆਬਜ਼ਰਵੇਸ਼ਨ। ਸੋ ਇਹ ਦੋ ਚੀਜ਼ਾਂ ਦੀ ਤੁਸੀਂ ਇੰਟਰਚੇਂਜਬਲੀ ਯੂਜ਼ ਕਰ ਸਕਦੇ। ਸੋ ਇਹ ਸੀ ਪਹਿਲੀ ਚੀਜ਼, ਜਦੋਂ ਅਸੀਂ ਇਹ ਸਮਝ ਕੇ ਚੱਲਣਾ ਹੈ ਕਿ ਕਦੋਂ ਵਰਬ ਯੂਜ਼ ਕਰਨਾ ਹੈ ਤੇ ਕਦੋਂ ਨਾउन ਯੂਜ਼ ਕਰਨਾ ਹੈ, ਠੀਕ ਹੈ। ਤਾਂ ਔਰ ਇਹਦੇ ਨਾਲ ਕਿਵੇਂ ਤੁਹਾਡੇ ਸੈਂਟੈਂਸ ਗਲਤ ਹੋ ਸਕਦੇ ਨੇ ਅਗਰ ਤੁਸੀਂ ਦੋਨਾਂ ਦੀ ਪਛਾਣ ਕਰਕੇ ਨਹੀਂ ਚੱਲਦੇ, ਓਕੇ। ਨੈਕਸਟ ਗ੍ਰਾਫ ਲੈਂਦੇ ਜੀ। ਹੁਣ ਦੇਖੋ ਇੱਥੇ ਮੈਂ ਵਰਡ ਉਹ ਡਿਸਕਸ ਕੀਤੇ ਜਿਨ੍ਹਾਂ ਨੂੰ ਜਾਂ ਵਰਬ ਹੀ ਯੂਜ਼ ਕਰ ਸਕਦੇ ਆ ਜਾਂ ਨਾउन ਯੂਜ਼ ਕਰ ਸਕਦੇ ਆ, ਪਰ ਇੰਗਲਿਸ਼ ਦੇ ਅੰਦਰ ਕੁਝ ਇਦਾਂ ਦੇ ਵਰਡਸ ਵੀ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੇ ਵਰਬ ਦੇ ਤੌਰ ਤੇ ਯੂਜ਼ ਕਰ ਲਓ ਚਾਹੇ ਨਾउन ਦੇ ਤੌਰ ਤੇ ਯੂਜ਼ ਕਰ ਲਓ, ਇਹ ਕੰਪਲੀਟਲੀ ਜਿਹੜਾ ਯੂਜ਼ਰ ਦੇ ਉੱਤੇ ਡਿਪੈਂਡ ਕਰਦਾ। ਸੋ ਇੱਕ ਗ੍ਰਾਫ ਸ਼ੋ ਕੀਤਾ ਹੋਇਆ, ਠੀਕ ਹੈ ਜੀ। ਸੇਮ ਗ੍ਰਾਫ ਹੈ ਜੀ, ਬਟ ਹੁਣ ਇਹਦੀ ਟਾਈਪ ਬਦਲ ਗਈ, ਠੀਕ ਹੈ। ਗ੍ਰਾਫ 'ਚ ਕੀ ਹੈ? ਸੇਲ ਫਿਗਰ ਦਿਖਾਈ ਹੋਈ ਹੈ 15 ਸਾਲ ਦੇ ਪੀਰੀਅਡ ਦੇ ਨਾਲ ਕੰਪੇਅਰ ਕਰਕੇ, ਓਕੇ। ਪਹਿਲਾਂ ਸੇਲ ਵਧੀ, ਫਿਰ ਕਾਂਸਟੈਂਟ ਰਹੀ, ਫਿਰ ਵਧੀ, ਫਿਰ ਕਾਂਸਟੈਂਟ ਰਹੀ, ਫਿਰ ਮੈਕਸਿਮਮ ਚਲੀ ਗਈ ਔਰ ਫਿਰ ਡ੍ਰੌਪ ਆ ਗਿਆ, ਓਕੇ। ਤਾਂ ਜਿਹੜੀ ਮੈਕਸਿਮਮ ਸੇਲ ਚਲੀ ਗਈ ਉਹਦਾ ਡਾਟਾ ਵੀ ਦਿੱਤਾ ਹੋਇਆ ਕਿ ਇੰਨੇ ਯੂਨਿਟ ਮੈਕਸਿਮਮ ਸੇਲ ਗਈ, ਓਕੇ, 2.5 ਲੱਖ ਯੂਨਿਟ, ਓਕੇ। ਤਾਂ ਵਰਡ ਯੂਜ਼ ਕੀਤਾ ਹੈ ਪਲੇਟੋ ਤੇ ਪੀਕ। ਪਲੇਟੋ ਦਾ ਮਤਲਬ ਕੀ ਹੁੰਦਾ? ਪਲੇਟੋ ਹੁੰਦਾ ਉਸ ਤਰੀਕੇ ਦਾ ਥਾਂ, ਠੀਕ ਹੈ, ਗ੍ਰਾਫ ਦੇ ਅੰਦਰ ਜਿੱਥੇ ਕਿ ਤੁਹਾਡਾ ਜਿਹੜਾ ਡਾਟਾ ਕੀ ਹੈ ਕਾਂਸਟੈਂਟ ਰਹਿ ਰਿਹਾ, ਓਕੇ। ਤਾਂ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖੋ ਆਹ ਜਗ੍ਹਾ ਦੇ ਉੱਪਰ ਲਾਈਨ ਕੀ ਹੈ? ਬਿਲਕੁਲ ਸਟੇਬਲ ਹੈ, ਬਿਲਕੁਲ ਹੌਰੀਜ਼ੌਂਟਲ ਹੈ। ਤਾਂ ਇਹਨੂੰ ਕਹਾਂਗੇ ਅਸੀਂ ਇਹ ਇੱਕ ਕੀ ਹੈ? ਪਲੇਟੋ ਹੈ, ਓਕੇ। ਦੂਸਰਾ ਇੱਕ ਹੋਰ ਪਲੇਟੋ ਹੈ ਸਾਡੇ ਕੋਲ, ਠੀਕ ਹੈ, ਇਹ ਵੀ ਸਾਡਾ ਪਲੇਟੋ ਕਹਿ ਸਕਦੇ ਅਸੀਂ। ਤਾਂ ਪਲੇਟੋ ਕੀ ਹੈ? ਇੱਕ ਇਦਾਂ ਦਾ ਥਾਂ ਗ੍ਰਾਫ ਦੇ ਅੰਦਰ ਜਿੱਥੇ ਕਿ ਤੁਹਾਡਾ ਡੇਟਾ ਬਿਲਕੁਲ ਕਾਂਸਟੈਂਟ ਰਹਿ ਰਿਹਾ। ਇੱਕ ਇਹਦੀ ਹੋਰ ਛੋਟੀ ਜਿਹੀ ਚੀਜ਼ ਧਿਆਨ ਰੱਖਣ ਵਾਲੀ ਹੈ, ਕਦੇ ਵੀ ਇਦਾਂ ਨਹੀਂ ਹੁੰਦਾ ਕਿ ਡੇਟਾ ਉੱਪਰ ਗਿਆ ਬਹੁਤ ਛੋਟਾ ਜਿਹਾ ਇਦਾਂ, ਓਕੇ, ਕੰਸਿਸਟੈਂਸੀ ਆਈ ਫਿਰ ਉੱਪਰ। ਤਾਂ ਇਸ ਜਗ੍ਹਾ ਦੇ ਉੱਪਰ ਇਹਨੂੰ ਪਲੇਟੋ ਨਹੀਂ ਕਹਿ ਸਕਦੇ ਕਿਉਂਕਿ ਇਹਦਾ ਜਿਹੜਾ ਸਾਈਜ਼ ਹੈ ਉਹ ਬਹੁਤ ਜ਼ਿਆਦਾ ਛੋਟਾ ਹੈ, ਠੀਕ ਹੈ। ਸੋ ਪਲੇਟੋ ਹੋਣ ਦੇ ਲਈ ਜਿਹੜੀ ਇਹਦੀ
ਲੈਂਥ ਹੈ ਜਾਂ ਓਕੇ ਇਹਦਾ ਸਾਈਜ਼ ਹੈ ਕੰਸੀਡਰੇਬਲ ਹੋਣਾ ਚਾਹੀਦਾ ਵੀ ਪਤਾ ਲੱਗੇ ਵੀ ਹਾਂ ਜਿਹੜੇ ਡਾਟਾ ਇੱਥੇ ਕੌਨਸਟੈਂਟਸ, ਠੀਕ ਹੈ। ਸੋ ਇਹ ਦੋ ਨੇ ਸਾਡੇ ਕੋਲ ਪਲੇਟੂ। ਔਰ ਇੱਕ ਵਰਡ ਹੁੰਦਾ ਪੀਕ। ਪੀਕ ਦਾ ਮਤਲਬ ਹੁੰਦਾ ਚੋਟੀ। ਤਾਂ ਹੁਣ ਇੱਥੇ ਦੇਖੋ ਸਾਰੇ ਡਾਟੇ ਦੇ ਉੱਪਰ ਸਭ ਤੋਂ ਉੱਪਰ ਜਿਹੜਾ ਪੁਆਇੰਟ ਗਿਆ ਹੋਇਆ ਆਹ ਵਾਲਾ, ਇਹਨੂੰ ਅਸੀਂ ਕੀ ਨਾਮ ਦੇਵਾਂਗੇ, ਪੀਕ। ਮਤਲਬ ਇਹ ਇਹਦੀ ਡਾਟਾ ਦੀ ਚੋਟੀ ਹੈ। ਇਸ ਪੁਆਇੰਟ ਤੇ ਮੈਕਸਿਮਮ ਜਿਹੜਾ ਡਾਟਾ ਰਿਪਰੈਜ਼ੈਂਟ ਹੋਇਆ, ਠੀਕ ਹੈ ਜੀ। ਹੁਣ ਦੇਖੋ ਮੈਂ ਗੱਲ ਕਰ ਰਿਹਾ ਸੀ ਕੋਈ ਇਦਾਂ ਦੇ ਇਦਾਂ ਦੇ ਵਰਡਸ ਜਿਨ੍ਹਾਂ ਨੂੰ ਵਰਬ ਵੀ ਬਣਾ ਸਕਦੇ ਹੋ ਤੁਸੀਂ, ਨਾउन ਵੀ ਬਣਾ ਸਕਦੇ ਹੋ। ਤਾਂ ਪਲੇਟੋ ਵੀ ਇੱਕ ਇਦਾਂ ਦਾ ਵਰਡ ਹੈ ਜਿਹਨੂੰ ਚਾਹੇ ਤੁਸੀਂ ਨਾउन ਵਰਤ ਲਓ ਚਾਹੇ ਤੁਸੀਂ ਵਰਬ ਵਰਤ ਲਓ, ਤੁਹਾਡੀ ਮਰਜ਼ੀ ਹੈ। ਪੀਕ ਵੀ ਇਦਾਂ ਦਾ ਵਰਡ ਹੈ ਜਿਹਨੂੰ ਤੁਸੀਂ ਚਾਹੇ ਨਾउन ਵਰਤ ਲਓ ਚਾਹੇ ਵਰਬ ਵਰਤ ਲਓ, ਦੋਵੇਂ ਠੀਕ ਹੋਣਗੇ। ਓਕੇ, ਸੋ ਇਸੇ ਗ੍ਰਾਫ ਨੂੰ ਹੈ ਜਿਹੜਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਆਲਰੇਡੀ ਪਹਿਲਾਂ ਲਿਆ ਹੋਇਆ, ਠੀਕ ਹੈ ਜੀ। ਤਾਂ ਇਨੀਸ਼ੀਅਲੀ ਸ਼ੁਰੂ ਚ ਸੇਲ ਇਨਕਰੀਜ਼ਡ ਕੰਟੀਨਿਊਸਲੀ ਫॉर 5 ਈਅਰ। ਇਨੀਸ਼ੀਅਲੀ ਸੇਲ ਇਨਕਰੀਜ਼ਡ ਕੰਟੀਨਿਊਸਲੀ, ਆ ਦੇਖੋ ਇੱਥੇ ਸ਼ੋ ਕੀਤਾ 2000 ਲੈ ਕੇ 2005 ਤੱਕ। ਓਕੇ, ਤਾਂ ਓਕੇ ਬਟ ਇੱਥੇ 6 ਹੋਣਾ ਚਾਹੀਦਾ ਫॉर 6 ਈਅਰਸ। ਓਕੇ, ਇਨੀਸ਼ੀਅਲੀ ਸੇਲ ਇਨਕਰੀਜ਼ਡ ਕੰਟੀਨਿਊਸਲੀ, ਸੇਲ ਵਧਦੀ ਰਹੀ फॉर 6 ईयर्स, 6 साल ਲਈ ਲਗਾਤਾਰ ਸੇਲ ਵਧਦੀ ਰਹੀ। एंड देन प्लेटूड फ्रॉम 2005 टू 2008। 2005 ਤੋਂ ਲੈ ਕੇ 2008 ਤੱਕ ਦੇਖੋ ਕੀ ਹੈ, ਪਲੇਟੂ ਹੈ ਨਾ। ਤਾਂ ਪਲੇਟੂ ਨੂੰ ਮੈਂ ਕੀ ਕਿਹਾ ਸੀਗਾ, ਚਾਹੇ ਨਾउन ਯੂਜ਼ ਕਰ ਲਓ ਚਾਹੇ ਵਰਬ ਯੂਜ਼ ਕਰ ਲਓ। ਹੁਣ ਦੇਖੋ ਇੱਥੇ ਇਹਨੂੰ ਯੂਜ਼ ਕੀਤਾ ਹੋਇਆ ਐਜ਼ ਅ ਵਰਬ। एंड देन प्लेटूड, प्लेटू ਦਾ ਮਤਲਬ, प्लेटूड ਦਾ ਮਤਲਬ ਹੈ ਕਿ ਇੱਕੋ ਜਗ੍ਹਾ ਤੇ ਰੁਕੀ ਰਹੀ ਫਰੋਮ 2005 ਤੋਂ ਲੈ ਕੇ 2008 ਤੱਕ। Initially sale increased continuously for 6 years, शुरू च वधी 6 साल ਲਈ। and then plateaued, ਤੇ फिर रुकी रही from 2005 to 2008। okay, sales figure, sale ਦਾ ਅੰਕੜਾ experienced consistent growth after 2008। okay, 2008 ਤੋਂ ਬਾਅਦ ਇਸ ਜਗ੍ਹਾ ਤੇ ਆ ਕੇ ਸੇਲਸ ਫਿਗਰ ਅਗੇਨ ਇਨਕਰੀਜ਼ਡ। ਓਕੇ, ਇੱਥੇ ਸਾਨੂੰ ਪਤਾ ਚੱਲ ਰਿਹਾ ਕਿ ਸੇਲ ਫਿਗਰ ਹੈ ਤੁਹਾਡਾ ਅਗੇਨ ਹੈ ਕਿ ਇਨਕਰੀਜ਼ ਹੋ ਰਿਹਾ 2008 ਤੋਂ ਲੈ ਕੇ। ਸੇਲਸ ਫਿਗਰ ਇਨ ਐਕਸਪੀਰੀਐਂਸਡ ਕੰਸਿਸਟੈਂਟ ਗਰੋਥ ਆਫਟਰ 2008। 2008 ਤੋਂ ਬਾਅਦ ਜਿਹੜੀ ਸੇਲਸ ਫਿਗਰ ਨੇ ਐਕਸਪੀਰੀਐਂਸ ਕੀਤਾ ਕੀ ਚੀਜ਼, ਕੰਸਿਸਟੈਂਟ ਗਰੋਥ, ਕਿ ਉਹ ਇੱਕੋ ਦਰ ਨਾਲ ਵੱਧਦੀ ਰਹੀ ਆਫਟਰ 2008 until it reached next plateau in 2010। ਹੁਣ ਦੇਖੋ ਕੀ ਕਿਹਾ ਜਾ ਰਿਹਾ ਹੈ, ਇਸ ਲਾਈਨ ਦੀ ਮੈਂ ਗੱਲ ਕਰ ਰਿਹਾ। ਪਹਿਲਾਂ ਸੀਗਾ ਸੇਲ ਇਨਕਰੀਜ਼ਡ ਫॉर 6 ਈਅਰ ਐਂਡ ਦੈਨ ਪਲੇਟੂਡ, ਮਤਲਬ ਇੱਕ ਥਾਂ ਤੇ ਰੁਕੀ ਰਹੀ। ਇਸ ਜਗ੍ਹਾ ਤੇ ਮੈਂ ਇਹਨੂੰ ਯੂਜ਼ ਕੀਤਾ ਐਜ਼ ਅ ਵਰਬ। ਇੱਥੇ ਜਿਹੜਾ ਮੈਂ ਯੂਜ਼ ਕੀਤਾ ਐਜ਼ ਅ ਵਰਬ ਯੂਜ਼ ਕੀਤਾ ਪਲੇਟੂਡ। ਦੈਨ ਸੇਲਸ ਫਿਗਰ ਐਕਸਪੀਰੀਐਂਸਡ ਕੰਸਿਸਟੈਂਟ ਗਰੋਥ ਆਫਟਰ ਅ ਪੀਰੀਅਡ ਆਫ 2008। 2008 ਤੋਂ ਬਾਅਦ ਕੰਸਿਸਟੈਂਟ ਗਰੋਥ ਆਈ until it reached next plateau, until it reached next plateau। ਇੱਥੇ ਦੇਖੋ ਇਸ ਲਾਈਨ ਨੂੰ ਮੈਂ ਨਾउन ਤੌਰ ਤੇ ਵਰਤਿਆ। ਓਕੇ, until it reached next plateau, ਠੀਕ ਹੈ, ਕਿ ਜਿੰਨਾ ਚਿਰ ਇਹ ਅਗਲੇ ਪਲੇਟੂ ਤੇ ਨਹੀਂ ਪਹੁੰਚੀ ਉਨੇ ਚਿਰ ਕੀ ਹੈ 2008 ਤੋਂ ਬਾਅਦ ਵੱਧਦੀ ਰਹੀ। ਠੀਕ ਹੈ, ਮੈਂ ਦੁਬਾਰਾ ਕਹਿਣ ਦੀ ਕੋਸ਼ਿਸ਼ ਕਰਦਾ, ਸੇਲਸ ਫਿਗਰ 2008 ਤੋਂ ਬਾਅਦ ਉਨੀ ਦੇਰ ਤੱਕ ਵੱਧਦੀ ਰਹੀ ਜਿੰਨਾ ਦੇਰ ਇਹ ਅਗਲੇ ਪਲੇਟੂ ਤੇ ਨਹੀਂ ਪਹੁੰਚੀ। ਤਾਂ ਇਸ ਜਗ੍ਹਾ ਤੇ ਦੇਖੋ ਮੈਂ ਪਲੇਟੂ ਨੂੰ ਹੁਣ ਕੀ ਯੂਜ਼ ਕੀਤਾ, ਐਜ਼ ਨਾउन ਯੂਜ਼ ਕੀਤਾ। ਉੱਪਰ ਮੈਂ ਕਿਹਾ ਵਰਬ, ਨੀਚੇ ਮੈਂ ਕਿਹਾ ਨਾउन। ਸੋ ਇਸ ਤਰੀਕੇ ਨਾਲ ਦੇਖੋ ਤੁਸੀਂ ਇੱਕੋ ਵਰਡ ਨੂੰ ਅਗਰ ਤੁਸੀਂ ਦੋ ਤਰੀਕੇ ਨਾਲ ਯੂਜ਼ ਕਰ ਸਕਦੇ ਹੋ, ਔਰ ਅਗਰ ਤੁਸੀਂ ਇਹਨੂੰ ਐਕਚੁਅਲ 'ਚ ਯੂਜ਼ ਕਰਦੇ ਹੋ ਆਪਣੇ ਰਾਈਟਿੰਗ ਟਾਸਕ ਦੇ ਅੰਦਰ ਜਾਂ ਸਪੀਕਿੰਗ ਦੇ ਅੰਦਰ, ਤਾਂ ਡੈਫੀਨੇਟਲੀ ਇਹ ਤੁਹਾਡਾ ਇੱਕ ਪੋਜ਼ੀਟਿਵ ਇੰਪ੍ਰੈਸ਼ਨ ਹੋਊਗਾ ਐਗਜ਼ਾਮੀਨਰ ਦੇ ਉੱਪਰ ਕਿ ਤੁਸੀਂ ਵਰਡਸ ਨੂੰ ਪ੍ਰੋਪਰਲੀ ਸਮਝਦੇ ਹੋ, ਤਾਂ ਉਹਨਾਂ ਨੂੰ ਅਲੱਗ-ਅਲੱਗ ਵੇਜ਼ ਨਾਲ ਯੂਜ਼ ਕਰ ਸਕਦੇ ਹੋ। ਓਕੇ, ਇਨ ਦ ਸਪੈਨ ਆਫ 15 ਈਅਰਸ। ਹੁਣ ਦੇਖੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਆਇਆ ਸਪੈਨ ਦੇ ਨਾਲ ਕੀ ਅਸੀਂ ਓਵਰ ਵਰਡ ਯੂਜ਼ ਕਰਦੇ ਹਾਂ ਐਜ਼ ਪ੍ਰੈਪੋਜੀਸ਼ਨ। ਬਟ ਕਦੋਂ ਯੂਜ਼ ਕਰਦੇ ਸੀ ਓਵਰ, ਜਦੋਂ ਅਸੀਂ ਕਹਿ ਦਿੰਦੇ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਓਵਰਆਲ ਮਤਲਬ ਓਵਰ ਦਾ ਸਪੈਨ ਆਫ 15 ਈਅਰਸ। ਇੱਥੇ ਮੈਂ ਮੋਟੇ ਤੌਰ ਤੇ ਦੇਖ ਰਿਹਾ ਸੀ, ਠੀਕ ਹੈ। ਬਟ ਇੱਥੇ ਜਦੋਂ ਮੈਂ ਇੱਕ ਪੁਆਇੰਟ ਤੇ ਫੋਕਸ ਕਰਨਾ ਹੋਵੇ ਕਿ ਉਸ 15 ਸਾਲਾਂ ਦੇ ਪੀਰੀਅਡ ਦੌਰਾਨ ਇਸ ਪੀਰੀਅਡ ਤੇ, ਓਕੇ, ਇੱਕ ਪਰਟੀਕੂਲਰ ਪੀਰੀਅਡ ਤੇ, ਤਾਂ ਮੈਂ ਕਹਾਂਗਾ ਇਨ ਦਾ ਸਪੈਨ। ਓਕੇ, ਤਾਂ ਇਸ ਜਗ੍ਹਾ ਤੇ ਤੁਸੀਂ ਦੇਖੋਗੇ ਮੈਂ ਕਿ ਜਿਹੜੀ ਯੂਜ਼ ਕੀਤੀ ਹੈ ਪ੍ਰੈਪੋਜੀਸ਼ਨ ਇਨ ਯੂਜ਼ ਕੀਤੀ ਹੈ, ਕਿਉਂਕਿ ਇਨ ਦ ਸਪੈਨ ਆਫ 15 ਈਅਰਸ 15 ਸਾਲਾਂ ਦੇ ਸਮੇਂ ਦੌਰਾਨ ਡਾਟਾ ਔਨ ਦਾ ਵਰਟੀਕਲ ਐਕਸਿਸ, ਜਿਹੜਾ ਵਰਟੀਕਲ ਐਕਸਿਸ ਤੇ ਡਾਟਾ ਹੈ ਪੀਕਡ ਐਟ। ਓਕੇ, ਹੁਣ ਇੱਥੇ ਦੇਖੋ ਜਿਹੜਾ ਪੀਕ ਵਰਡ ਹੈ ਉਹਨੂੰ ਯੂਜ਼ ਕੀਤਾ ਹੋਇਆ ਐਜ਼ ਵਰਬ, ਪੀਕਡ ਐਟ, ਓਕੇ, 2.5 ਲੱਖ ਯੂਨਿਟਸ। ਓਕੇ, ਇਨ ਦ ਸਪੈਨ ਆਫ 15 ਈਅਰਸ 15 ਸਾਲਾਂ ਦੇ ਪੂਰੇ ਪੀਰੀਅਡ ਦੌਰਾਨ ਡਾਟਾ ਔਨ ਵਰਟੀਕਲ ਐਕਸਿਸ
ਪੀਕਡ ਐਟ मतलब ਕਿਸੇ ਇੱਕ ਪੁਆਇੰਟ ਤੇ ਜਾ ਕੇ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਉਸ ਜਗ੍ਹਾ ਤੇ ਸਪੈਨ ਦੇ ਨਾਲ ਅਸੀਂ ਇਨ ਪ੍ਰੈਪੋਜੀਸ਼ਨ ਹੈ ਜਿਹੜੀ ਯੂਜ਼ ਕਰ ਸਕਦੇ ਹਾਂ। ਓਕੇ, ਸੋ ਪਹਿਲੀ ਪ੍ਰੈਪੋਜੀਸ਼ਨ ਓਵਰ ਹੈ, ਉਹਦਾ ਡਿਸਕਸ ਮੈਂ ਕੀਤਾ ਕਿ ਕਿਵੇਂ ਯੂਜ਼ ਕਰਨੀ ਤੁਸੀਂ। ਦੂਸਰੀ ਇਨ ਪ੍ਰੈਪੋਜੀਸ਼ਨ ਜਦੋਂ ਸਪੈਨ ਨਾਲ ਯੂਜ਼ ਕਰਨੀ ਹੈ ਤਾਂ ਉਹਦੇ ਪਿੱਛੇ ਕੀ ਰੀਜ਼ਨ ਹੈ, ਜਦੋਂ ਤੁਸੀਂ ਇੱਕ ਪਾਰਟਿਕੂਲਰ ਪੁਆਇੰਟ ਦੇ ਉੱਤੇ ਫੋਕਸ ਕਰ ਰਹੇ ਹੋ ਪੂਰੇ ਸਪੈਨ ਦੇ ਅੰਦਰ। ਇਨ ਦ ਸਪੈਨ ਆਫ 15 years ਡੇਟਾ ਔਨ ਦ ਵਰਟੀਕਲ ਐਕਸਿਸ ਪੀਕਡ ਐਟ, ਡਾਟਾ ਆਪਣੇ ਓਕੇ ਸੇਲਸ ਫਿਗਰ ਨੇ ਜਿਹੜੀਆਂ ਪੀਕਡ ਐਟ ਮੈਕਸਿਮਮ ਤੇ ਸੀਗੀਆਂ ਓਕੇ 15 ਸਾਲਾਂ ਦੇ ਇੱਕ ਪੀਰੀਅਡ ਦੇ ਦੌਰਾਨ। ਓਕੇ ਓਕੇ ਬਿਫੋਰ ਡਿਕਲਾਈਨਿੰਗ ਸ਼ਾਰਪਲੀ ਡਿਊਰਿੰਗ ਦ ਲਾਸਟ ਈਅਰ ਆਫ ਆਬਜ਼ਰਵੇਸ਼ਨ। ਓਕੇ, ਉਸ ਤੋਂ ਬਾਅਦ ਤੁਸੀਂ ਦੇਖੋ ਪੀਕ ਤੋਂ ਬਾਅਦ ਕੀ ਹੈ, ਇਹਦੇ ਚ ਸੇਲ ਚ ਕੀ ਹੈ, ਕਿੰਨਾ ਜ਼ਿਆਦਾ ਡ੍ਰੌਪ ਆਇਆ ਔਰ ਡ੍ਰੌਪ ਕੀ ਹੈ ਇੱਕੋ ਦਮ ਆਇਆ। ਤਾਂ ਉੱਥੇ ਕਹਿ ਰਿਹਾ ਇਨ ਦਾ ਸਪੈਨ ਆਫ 15 years 15 ਸਾਲਾਂ ਦੇ ਸਮੇਂ ਦੌਰਾਨ ਡੇਟਾ ਔਨ ਦਾ ਵਰਟੀਕਲ ਐਕਸਿਸ मतलब सेल्स डाटा पीक्ड एट दिस क्वांटिटी मतलब वो इस क्वांटिटी ते पहुंचे अपनी मैक्सिमम ते बिफोर डिक्लाइनिंग शार्पली मतलब बहुत तेजी नाल डिगण तो पहला ड्यूरिंग द लास्ट ईयर ऑफ ऑब्जर्वेशन मतलब लास्ट ईयर ऑफ ऑब्जर्वेशन ते जदों वो डिग्या ठीक है उस तो पहला वो पीक ते सी दा मतलब ਆਪਾਂ ਇਹ ਕਹਿ ਸਕਦੇ। ओके, सो ਤੁਸੀਂ ਇੱਥੇ ਦੇਖ ਸਕਦੇ ਹੋ ਕਿਵੇਂ ਅਲੱਗ-ਅਲੱਗ ਚੀਜ਼ਾਂ ਨੂੰ ਕਨੈਕਟ ਕੀਤਾ ਹੋਇਆ ਹੈ। ਪਰ ਇੱਥੇ ਜਿਹੜੀ ਆਪਾਂ ਮੇਨ ਗੱਲ ਕਰ ਰਹੇ ਹਾਂ ਇੱਕ ਤਾਂ ਕਿਸੇ ਵੀ ਵਰਡ ਨੂੰ ਤੁਸੀਂ ਜਦੋਂ ਨਵਾਂ ਵਰਡ ਲੈ ਕੇ ਆਉਂਦੇ ਆਪਣੀ ਡਿਕਸ਼ਨਰੀ 'ਚ ਤਾਂ ਉਹਦੇ ਨਾਉਨ ਜਾਂ ਵਰਬ ਜਾਂ ਕਿਸੇ ਵੀ ਕੈਟੇਗਰੀ ਨਾਲ ਸੰਬੰਧ ਰੱਖਦਾ ਹੋ ਸਕਦਾ। ਤੁਹਾਨੂੰ ਸਮਝੋ ਤੇ ਉਹਨੂੰ ਸਮਝ ਕੇ ਆਪਣਾ ਸੈਂਟੈਂਸ ਬਣਾਓ ਕਿਉਂਕਿ ਅਦਰਵਾਈਜ਼ ਤੁਹਾਡਾ ਸੈਂਟੈਂਸ ਗਲਤ ਹੋਣ ਦੀ ਚਾਂਸ ਹੈ। ਦੂਸਰਾ ਜਿਹੜੇ ਵਰਡਸ ਨਾਉਨ ਜਾਂ ਵਰਬ ਦੇ ਤੌਰ ਤੇ ਦੋਨਾਂ ਨੂੰ ਯੂਜ਼ ਕਰ ਸਕਦੇ ਹੋ, ਟਰਾਈ ਕਰੋ ਉਹਨਾਂ ਦੋਨਾਂ ਫਾਰਮਸ ਨੂੰ ਯੂਜ਼ ਕਰੋ ਤਾਂ ਕਿ ਤੁਹਾਡਾ ਐਗਜ਼ਾਮੀਨਰ ਦੇ ਉੱਤੇ ਇੱਕ ਵਧੀਆ ਇੰਪ੍ਰੈਸ਼ਨ। ਓਕੇ, ਹੁਣ ਇੱਦਾਂ ਦੇ ਜਿਹੜੇ ਫਿਗਰ ਦੇ ਅੰਦਰ ਹਮੇਸ਼ਾ ਕੀ ਹੈ ਪਰਸੈਂਟ ਜਾਂ ਪਰਸੈਂਟੇਜ ਵਰਡਸ ਨੇ ਅਸੀਂ ਆਮ ਤੌਰ ਤੇ ਦੇਖਦੇ ਹਾਂ। ਇਹ ਲਾਸਟ ਟੌਪਿਕ ਹੈ। परसेंट के नाल हमेशा कभी भी ये वर्ड कला नहीं यूज होता, ये सानू कोई ना कोई नंबर है जो दसना पैना। ओके, जिमें 10% 15% 20% तो ये कॉम्बीनेशन यूज होंगे ने। 10% सानू कहना पएगा, 12% कहना पएगा। ओके, कई बार ऐसे की 10 के नाल परसेंटेज का साइन लगा देंगे। ओके, तो या तो 10% लिखो या 10% एज अ साइन लिखो, इको दोनों चीज़ें तुम इकट्ठियां नहीं यूज़ कर सकते। मतलब इतने 10% लिख के इस तो बाद परसेंट लिखने का कोई मतलब नहीं, ये गलत चीज़ है, ये अपने आप कंप्लीट इन्फॉर्मेशन है। या कि है अगर तुम परसेंट एज अ वर्ड लिख रहे हो तो वो नंबर है जो तुम्हें लिखना पड़ेगा। दूसरा वर्ड देखो जो लिखा है परसेंटेज, परसेंटेज के नाल असीं 2-3 वर्ड्स ने जरूर यूज़ कर सकते हैं। जिमें कह सकते हैं स्मॉल परसेंटेज ऑफ पीपल या इंडस्ट्रीज participated in this event. Okay, a large percent of industries participated in this event. Okay, ਤਾਂ small और large ਇਹਦੇ ਨਾਲ ਸਾਨੂੰ ਕੋਈ ਨਾ ਕੋਈ ਐਡਜੈਕਟਿਵ ਹੈ ਜਿਹੜਾ ਪਰਸੈਂਟੇਜ ਦੇ ਨਾਲ ਲਾਉਣਾ ਪੈਂਦਾ। ਓਕੇ, ਕੰਸੀਡਰੇਬਲ ਪਰਸੈਂਟੇਜ, ਓਕੇ ਲਾਰਜ ਪਰਸੈਂਟੇਜ, ਸਮਾਲ ਪਰਸੈਂਟੇਜ, ਇਸ ਤਰੀਕੇ ਨਾਲ ਇਹ ਵਰਡਸ ਨੇ ਜਿਹੜੇ ਪੂਰੇ ਯੂਜ਼ ਹੁੰਦੇ ਨੇ, ਇਹਨੂੰ ਕੰਬੀਨੇਸ਼ਨ 'ਚ ਯੂਜ਼ ਕਰਨਾ ਪੈਂਦਾ। ਓਕੇ, ਤੁਸੀਂ 10 ਦੇ ਨਾਲ ਪਰਸੈਂਟੇਜ नहीं कह सकते, 10 के नाल परसेंट कहना पड़ेगा, स्मॉल के नाल परसेंट नहीं कह सकते, स्मॉल के नाल परसेंटेज कहना पड़ेगा। छोटे छोटे डिफरेंसिस ने जो बच्चे आम तौर पर गलतियां कर लेते हैं और जिहदे नाल उन्हां दा पूरा सेंटेंस ही खराब हो जाता। सो इस चीज़ में तुसीं ध्यान रख के अपनी जिहड़ी टास्क अचीवमेंट भी ते अपनी जिहड़ी वोकैबुलरी ते ग्रामर के मार्क्स ने वो मैक्सीमम इंश्योर कर सको। सो अगर इस तरीके की मिसटेक्स तुहाडे नाल दे कोई फ्रेंड्स कर रहे हैं तो उन्होंने तक ये वीडियो जरूर पहुँचती करो, चैनल जरूर सबसक्राइब करो, keep sharing this video. Thank you for watching this video.